ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਈਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਏ ਦੀ 9 ਆਇਤ ਤੋਂ ਲੈ ਕੇ 14 ਆਇਤ ਤੱਕ ਅਤੇ 20 ਅਤੇ 21 ਆਇਤਾਂ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਇਹਨਾਂ ਆਇਤਾਂ ਵਿੱਚੋਂ ਅਸੀਂ ਹੁਣ ਤੱਕ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਅਨੁਸਾਰ ਸੰਸਾਰ ਨੂੰ ਪ੍ਰਭਾਵਿਤ ਕਰਨ ਵਾਲਿਆਂ ਦੇ ਦੋ ਪ੍ਰਮੁੱਖ ਸ਼ਖਸੀਅਤਾਂ ਦੇ ਬਾਰੇ ਜਾਣਿਆ। ਪਹਿਲਾਂ ਅਸੀਂ ਸਿਕੰਦਰ ਮਹਾਨ ਬਾਰੇ ਜਾਣਿਆ, ਜੋ ਕਿ ਮਸੀਹ ਵਿਰੋਧੀ ਦੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਫਿਰ ਅਸੀਂ ਅਤਿਯੋਗ ਦੀ ਮਸੀਹ ਵਿਰੋਧੀ ਕਰਤੂਤਾਂ ਨੂੰ ਵੇਖਿਆ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੇ ਜੋ ਭਵਿੱਖਬਾਣੀ ਕੀਤੀ ਉਹ ਪੂਰੀ ਹੋਈ। ਉਸਨੇ ਜੋ ਭਵਿੱਖਬਾਣੀ ਅਤਿਯੋਗ ਦੇ ਬਾਰੇ ਕੀਤੀ ਸੀ ਉਹ ਵੀ ਪੂਰੀ ਹੋਈ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਏ ਦੀ 21 ਆਇਤ ਤੋਂ ਅੱਗੇ ਦੇ ਵਚਨਾਂ ਉੱਤੇ ਗੌਰ ਕਰਾਂਗੇ। ਅੱਜ ਅਸੀਂ ਮਸੀਹ ਵਿਰੋਧੀ ਦੇ ਚਰਿੱਤਰ ਬਾਰੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਹ ਸਿੱਖਿਆ ਦਾ ਲਾਭ ਜ਼ਰੂਰ ਪ੍ਰਾਪਤ ਹੋਇਆ ਹੋਵੇਗਾ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਚੇ ਹੋਏ ਹਿੱਸੇ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਕਰਾਂਗੇ। ਅੱਜ ਅਸੀਂ ਮਸੀਹ ਵਿਰੋਧੀ ਦੇ ਚਰਿੱਤਰ ਬਾਰੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਸ ਸਿੱਖਿਆ ਦਾ ਲਾਭ ਜ਼ਰੂਰ ਮਿਲੇਗਾ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਕਰਾਂਗੇ। ਅੱਜ ਅਸੀਂ ਮਸੀਹ ਵਿਰੋਧੀ ਕਰਤੂਤਾਂ ਅਤੇ ਉਸ ਦੀ ਸ਼ਕਤੀ ਦੇ ਬਾਰੇ ਚਰਚਾ ਕਰਾਂਗੇ। ਇਸ ਲਈ ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ, ਤੁਹਾਨੂੰ ਜ਼ਰੂਰ ਆਸ਼ੀਸ਼ ਮਿਲੇਗੀ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। रहेगा नाम सदा तीकर मसीदा, रहेगा नाम सदा तीकर मसीदा, रहेगा जग तलक सूरज रहेगा, रहेगा जग तलक सूरज रहेगा। के उस तो बरकता सब लोग पावण, के उस तो बरकता सब लोग पावण, ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा।
पिता ईश बाप बेटे पाक रूह दी, सदा तो है सदा ती कर रहेगी, सदा तो है सदा ती कर रहेगी। रहेगा नाम सदा ती कर मसीदा, रहेगा नाम सदा ती कर मसीदा, रहेगा जद तलक सूरज रहेगा, रहेगा जद तलक सूरज रहेगा। ਆਖਰੀ ਕੁਝ ਐਤਾਂ ਵਿੱਚ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਨੇ ਦਾਨੀਏਲ ਦੇ ਜ਼ਰੀਏ ਜੋ ਭਵਿੱਖਬਾਣੀ ਸਿਕੰਦਰ ਦੇ ਬਾਰੇ ਕੀਤੀ ਸੀ ਉਹ ਪੂਰੀ ਹੋਈ। ਜੋ ਭਵਿੱਖਬਾਣੀ ਪਰਮੇਸ਼ਰ ਨੇ ਅਤਿਯੋਗ ਦੇ ਬਾਰੇ ਕੀਤੀ ਸੀ ਉਹ ਵੀ ਪੂਰੀ ਹੋਈ। ਜਿਸ ਤਰ੍ਹਾਂ ਇਤਿਹਾਸ ਵਿੱਚ ਇਹਨਾਂ ਦੋਹਾਂ ਮਨੁੱਖਾਂ ਦੇ ਬਾਰੇ ਕੀਤੀ ਗਈ ਭਵਿੱਖਬਾਣੀਆਂ ਪੂਰੀਆਂ ਹੋਈਆਂ, ਤਾਂ ਜੋ ਪਾਪ ਦੇ ਮਨੁੱਖ ਦੇ ਬਾਰੇ ਐਤ 23 ਵਿੱਚ ਆਖਿਆ ਗਿਆ ਹੈ ਉਹ ਕਿਉਂ ਨਹੀਂ ਪੂਰਾ ਹੋਵੇਗਾ। ਉਸ ਸਮੇਂ ਲਈ ਮਾਹੌਲ ਤਿਆਰ ਹੋ ਰਿਹਾ ਹੈ, ਬਲਕਿ ਅੱਜ ਵੀ ਹੈ। ਇਹਨਾਂ ਦੋਹਾਂ ਮਨੁੱਖਾਂ ਦੇ ਕੰਮਾਂ ਨੂੰ ਮਿਲਾ ਕੇ ਉਸ ਪਾਪ ਦੇ ਮਨੁੱਖ ਦਾ ਚਰਿੱਤਰ ਬਣੇਗਾ ਜੋ ਆਉਣ ਵਾਲਾ ਹੈ। ਹੁਣ ਅਸੀਂ ਜਲਦੀ ਅੱਗੇ ਵੱਧ ਰਹੇ ਹਾਂ ਅਤੇ 8ਵੇਂ ਅਧਿਆਇ ਵਿੱਚ ਮੈਂ ਐਤ 23 ਤੋਂ ਪੜ੍ਹਨਾ ਸ਼ੁਰੂ ਕਰਦਾ ਹਾਂ ਅਤੇ ਤੁਹਾਡੇ ਨਾਲ ਆਉਣ ਵਾਲੇ ਮਸੀਹ ਵਿਰੋਧੀ ਦੇ ਚਰਿੱਤਰ ਦੇ ਬਾਰੇ ਕੁਝ ਗੱਲਾਂ ਵੰਡਣਾ ਚਾਹੁੰਦਾ ਹਾਂ। ਭਾਗ ਊੜਾ, ਨਾਟਕੀ ਰੂਪ ਵਿੱਚ ਪ੍ਰਗਟ ਹੋਣਾ। ਦਾਨੀਏਲ 8 ਅਧਿਆਇ 23 ਵਚਨ। ਸਭ ਤੋਂ ਪਹਿਲਾਂ ਸ਼ਾਸਤਰ ਦੱਸਦਾ ਹੈ ਕਿ ਜਦ ਮਸੀਹ ਵਿਰੋਧੀ ਅੰਤ ਦੇ ਸਮੇਂ ਵਿੱਚ ਆਏਗਾ ਤਾਂ ਉਸ ਦਾ ਆਉਣਾ ਇੱਕ ਨਾਟਕੀ ਰੂਪ ਵਿੱਚ ਹੋਵੇਗਾ। ਇੱਕ ਰਾਜਾ ਕਰੜੇ ਮੂੰਹ ਅਤੇ ਭੇਦ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ। ਮੇਰੇ ਦੋਸਤੋ, ਤੁਸੀਂ ਬਾਈਬਲ ਵਿੱਚ ਪਿੱਛੇ ਜਾ ਕੇ ਪੁਰਾਣੇ ਨੇਮ ਅਤੇ ਨਵੇਂ ਨੇਮ ਨੂੰ ਵੇਖੋ ਤਾਂ ਤੁਸੀਂ ਵੇਖੋਗੇ ਕਿ ਹਰੇਕ ਭਵਿੱਖਬਾਣੀ ਉਸ ਆਉਣ ਵਾਲੇ ਮਨੁੱਖ ਵੱਲ ਇਸ਼ਾਰਾ ਕਰਦੀ ਹੈ ਜਿਸ ਨੂੰ ਅਸੀਂ ਮਸੀਹ ਵਿਰੋਧੀ ਆਖਦੇ ਹਾਂ। ਸ਼ਾਸਤਰ ਦੱਸਦਾ ਹੈ ਉਹਨਾਂ ਦੇ ਰਾਤ ਦੇ ਛੇਕਲੇ ਸਮੇਂ ਜਿਸ ਵੇਲੇ ਅਪਰਾਧੀ ਲੋਕ ਕੰਢਿਆਂ ਤੱਕ ਪੁੱਜ ਪੈਣਗੇ ਤਾਂ ਮਸੀਹ ਵਿਰੋਧੀ ਪ੍ਰਗਟ ਹੋ ਜਾਵੇ। ਭਾਗ ਐੜਾ, ਬੁਰਾਈ ਲਈ ਨਿਯੁਕਤ ਕਰਨਾ। ਦਾਨੀਏਲ 8 ਅਧਿਆਇ 23 ਵਚਨ। ਸ਼ਾਸਤਰ ਦੱਸਦਾ ਹੈ ਜਿਸ ਮਨੁੱਖ ਨੇ ਆਉਣਾ ਹੈ ਉਹ ਕਰੜੇ ਮੂੰਹ ਵਾਲਾ ਹੈ। ਸ਼ਾਸਤਰ ਇਹ ਵੀ ਦੱਸਦਾ ਹੈ ਕਿ ਉਹ ਉਸ ਵੇਲੇ ਆਏਗਾ ਜਦ ਅਪਰਾਧੀ ਲੋਕ ਕੰਢਿਆਂ ਤੱਕ ਪੁੱਜ ਪੈਣਗੇ। ਉਹ ਅਚਾਨਕ ਪ੍ਰਗਟ ਹੋਏਗਾ ਅਤੇ ਹਰੇਕ ਬੁਰਾਈ ਸਾਹਮਣੇ ਆਏਗੀ। ਭਾਗ ਈੜੀ, ਨੇਤਾਗਿਰੀ ਵਿੱਚ ਪ੍ਰਭਾਵਸ਼ਾਲੀ। ਤੀਸਰੀ ਗੱਲ ਵੱਲ ਧਿਆਨ ਦਿਓ ਜੋ ਦੱਸਦੀ ਹੈ ਉਹ ਕਰੜੇ ਮੂੰਹ ਵਾਲਾ ਰਾਜਾ ਹੋਵੇਗਾ ਅਤੇ ਭੇਦ ਦੀਆਂ ਗੱਲਾਂ ਦੇ ਬੁੱਝਣ ਵਾਲਾ ਹੋਵੇਗਾ। ਹਰੇਕ ਗੱਲ ਦਾ ਉੱਤਰ ਉਸ ਕੋਲ ਹੋਵੇਗਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੇ ਕੋਈ ਅੱਜ ਇਸ ਗੱਲ ਦਾ ਉੱਤਰ ਦੇ ਦੇਵੇ ਕਿ ਉਹ ਜਗਤ ਦੀ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਦਾ ਹੈ ਤਾਂ ਜਗਤ ਦੇ ਲੋਕ ਉਸ ਨੂੰ ਅਪਣਾ ਲੈਣਗੇ। ਉਹ ਇਸ ਤਰ੍ਹਾਂ ਦੀ ਲੀਡਰਸ਼ਿਪ ਵਿੱਚ ਯੋਗ ਹੋਵੇਗਾ। ਭਾਗ ਸੱਸਾ, ਸ਼ਕਤੀ ਵਿੱਚ ਸ਼ੈਤਾਨ। ਹੁਣ ਐਤ 24 ਵੱਲ ਵੇਖੋ, ਉਹ ਦੱਸਦੀ ਹੈ ਉਹ ਵੱਡਾ ਡਾਢਾ ਹੋਵੇਗਾ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ। ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਉਸ ਦੇ ਅੰਦਰ ਸ਼ੈਤਾਨ ਦਾ ਆਤਮਾ ਹੋਵੇਗਾ। ਪ੍ਰਕਾਸ਼ ਦੀ ਪੋਥੀ 13 ਅਧਿਆਇ 2 ਵਚਨ ਦੱਸਦਾ ਹੈ ਅਜਗਰ ਨੇ ਆਪਣੀ ਸਾਮਰਥ ਅਤੇ ਆਪਣੀ ਗੱਦੀ ਅਤੇ ਵੱਡਾ ਇਖਤਿਆਰ ਦੇ ਦਿੱਤਾ। ਭਵਿੱਖ ਵਿੱਚ ਜਦ ਮਸੀਹ ਵਿਰੋਧੀ ਧਰਤੀ ਤੇ ਆਏਗਾ ਤੇ ਉਹ ਸ਼ੈਤਾਨ ਦੇ ਚਲਾਏ ਹੋਏ ਚੱਲੇਗਾ। ਭਾਗ ਹਾਹਾ, ਹਕੂਮਤ ਵਿੱਚ ਤਬਾਹ ਕਰਨ ਵਾਲਾ। ਧਿਆਨ ਦੇਣ ਵਾਲੀ ਪੰਜਵੀਂ ਗੱਲ, ਨਾ ਸਿਰਫ ਨਾਟਕੀ ਰੂਪ ਵਿੱਚ ਪ੍ਰਗਟ ਹੋਣਾ, ਬੁਰਾਈ ਕਰਨਾ, ਨੇਤਾਗਿਰੀ ਵਿੱਚ ਪ੍ਰਭਾਵਸ਼ਾਲੀ, ਸ਼ਕਤੀ ਵਿੱਚ ਸ਼ੈਤਾਨ ਹੋਵੇਗਾ, ਪਰ ਉਹ ਆਪਣੇ ਰਾਜ ਦੇ ਦੌਰਾਨ ਬਹੁਤ ਕੁਝ ਨਾਸ ਕਰੇਗਾ। ਐਤ 24 ਸਾਨੂੰ ਦੱਸਦੀ ਹੈ ਇਹ ਵੱਡਾ ਡਾਢਾ ਹੋਵੇਗਾ ਪਰ ਉਹ ਆਪਣੇ ਜ਼ੋਰ ਨਾਲ ਨਹੀਂ, ਉਹ ਅਚਰਜ ਡੋਲ ਨਾਲ ਮਾਰ ਸੁੱਟੇਗਾ। ਇਸ ਦਾ ਅਰਥ ਨਹੀਂ ਕਿ ਉਹ ਅੱਛੇ ਤਰੀਕੇ ਨਾਲ ਨਾਸ਼ ਕਰੇਗਾ।
ਇਸ ਦਾ ਅਰਥ ਇਹ ਹੈ ਕਿ ਸਾਰਾ ਜਗਤ ਅਚਰਜ ਕਰੇਗਾ, ਜਿਸ ਤਰ੍ਹਾਂ ਉਹ ਨਾਸ਼ ਕਰੇਗਾ। ਉਹ ਵੱਡਾ ਠਾਡਾ ਹੋਵੇਗਾ ਅਤੇ ਜ਼ੋਰਾਵਰਾਂ ਨੂੰ ਔਰ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ। ਅਤਿਯੋਗ ਨੇ ਇਹ ਸਭ ਕੁਝ ਕੀਤਾ, ਸਿਕੰਦਰ ਨੇ ਇਹ ਸਭ ਕੁਝ ਕੀਤਾ ਅਤੇ ਮਸੀਹ ਵਿਰੋਧੀ ਇਹ ਸਭ ਕੁਝ ਕਰੇਗਾ। ਅਸਲ ਵਿੱਚ ਮਤੀ 24 ਅਧਿਆਇ 22 ਵਚਨ ਦੱਸਦਾ ਹੈ, ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ। ਅਸੀਂ ਅਤਿਯੋਗ ਦੇ ਸਮੇਂ ਨੂੰ ਵੇਖਿਆ ਕਿ ਕਿਸ ਤਰ੍ਹਾਂ ਉਸ ਨੇ ਲੋਕਾਂ ਦਾ ਖੂਨ ਬਹਾਇਆ। ਅਸੀਂ ਮਹਾਕਲੇਸ਼ ਦੇ ਬਾਰੇ ਭਵਿੱਖਬਾਣੀ ਨੂੰ ਪੜ੍ਹਿਆ ਸੀ ਕਿ ਕਿਸ ਤਰ੍ਹਾਂ ਖੂਨ ਖਰਾਬਾ ਹੋਵੇਗਾ। ਇਸ ਹੱਦ ਤੱਕ ਖੂਨ ਬਹਾਇਆ ਜਾਏਗਾ ਕਿ ਲੋਕ ਆਪਣੇ ਨੱਕ ਬੰਦ ਕਰਕੇ ਉਸ ਦੇ ਕੋਲੋਂ ਲੰਘਣਗੇ। ਜਦ ਮੈਂ ਅਤਿਯੋਗ ਦੇ ਬਾਰੇ ਸਭ ਕੁਝ ਜਾਣਿਆ ਤੇ ਮੈਂ ਕੰਬ ਗਿਆ, ਪਰ ਜਦ ਮੈਂ ਮਸੀਹ ਵਿਰੋਧੀ ਦੇ ਬਾਰੇ ਸੋਚਦਾ ਹਾਂ ਜੋ ਅਤਿਯੋਗ ਤੋਂ 100 ਗੁਣਾ ਵੱਧ ਹੋਵੇਗਾ, ਤਾਂ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਇਸ ਧਰਤੀ ਉੱਪਰ 7 ਸਾਲ ਵਿੱਚ ਕਿੰਨਾ ਕਸ਼ਟ ਹੋਵੇਗਾ। ਭਾਗ ਕੱਕਾ ਆਪਣੇ ਚਾਲ ਚੱਲਣ ਵਿੱਚ ਧੋਖੇਬਾਜ਼। ਨੰਬਰ 6 ਐਤ 25 ਸਾਨੂੰ ਦੱਸਦੀ ਹੈ ਕਿ ਇਹ ਜੋ ਆ ਰਿਹਾ ਹੈ ਕਰੜੇ ਮੂੰਹ ਵਾਲਾ ਹੈ। ਆਪਣੀ ਸਿਆਣਪ ਨਾਲ ਉਹ ਚਤਰਾਈ ਨਾਲ ਆਪਣੇ ਹੱਥ ਵਿੱਚ ਭਾਗਵਾਨ ਕਰੇਗਾ। ਦੂਸਰਾ ਤਸਨਲੀਕਿਆ 2 ਅਧਿਆਇ 4 ਵਚਨ ਦੱਸਦਾ ਹੈ, ਮਸੀਹ ਵਿਰੋਧੀ ਦੇ ਬਾਰੇ ਇਸ ਤਰ੍ਹਾਂ ਦੱਸਦਾ ਹੈ, ਜੋ ਵਿਰੋਧੀ ਹੈ ਅਤੇ ਹਰੇਕ ਉੱਤੇ ਜਿਹੜਾ ਦੇਵ ਅਖਵਾਉਂਦਾ ਹੈ ਅਤੇ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ। ਇੱਥੋਂ ਤੀਕ ਕਿ ਜੋ ਉਹ ਪਰਮੇਸ਼ਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ਰ ਕਰਕੇ ਵਿਖਾਉਂਦਾ ਹੈ। ਅੱਗੇ ਐਤ 9 ਤੇ 10 ਦੱਸਦੀ ਹੈ, ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਅਮਲ ਅਨੁਸਾਰ ਹਰ ਪ੍ਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜ ਨਾਲ ਹੋਵੇਗਾ। ਨਾਲੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਛਲ ਨਾਲ, ਇਸ ਕਾਰਨ ਜੋ ਉਹਨਾਂ ਨੇ ਸੱਚਾਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ, ਜਿਸ ਤੋਂ ਉਹਨਾਂ ਦੀ ਮੁਕਤੀ ਹੋ ਜਾਂਦੀ। ਮਸੀਹ ਵਿਰੋਧੀ ਇੱਕ ਵੱਡਾ ਧੋਖੇਬਾਜ਼ ਹੋਵੇਗਾ। ਉਹ ਝੂਠ ਨਾਲ ਆਵੇਗਾ ਅਤੇ ਆਪਣੇ ਅਚਰਜ ਕੰਮਾਂ ਨਾਲ ਲੋਕਾਂ ਨੂੰ ਧੋਖਾ ਦੇਵੇਗਾ, ਜਿਸ ਅਤਿਯੋਗ ਨੇ ਕੀਤਾ ਸੀ। ਭਾਗ ਖੱਖਾ ਆਪਣੇ ਆਪ ਨੂੰ ਫਰਿਸ਼ਤਾ ਬਣਾਉਣਾ। ਆਓ ਹੁਣ ਐਤ 25 ਵਿੱਚ ਚਲੀਏ ਅਤੇ ਇਸ ਮਨੁੱਖ ਦੇ ਬਾਰੇ 7ਵੀਂ ਚੀਜ਼ ਵੱਲ ਧਿਆਨ ਦੇਈਏ। ਉਹ ਆਪਣੇ ਮਨ ਵਿੱਚ ਆਪ ਨੂੰ ਉੱਚਾ ਕਰੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਉੱਠ ਖਲੋਵੇਗਾ। ਉਹ ਆਪਣੇ ਆਪ ਨੂੰ ਭਾਗਵਾਨ ਕਰੇਗਾ। ਇਹ ਇੱਕ ਜ਼ਬਰਦਸਤ ਚੀਜ਼ ਹੈ ਕਿ ਜਦ ਮਸੀਹ ਵਿਰੋਧੀ ਆਵੇਗਾ, ਉਹ ਮੰਦਰ ਵਿੱਚ ਬੈਠਣ ਜਾ ਰਿਹਾ ਹੈ, ਜਿਸ ਤਰ੍ਹਾਂ ਕਿ ਉਹ ਪਰਮੇਸ਼ਰ ਹੈ ਅਤੇ ਹਰੇਕ ਨੂੰ ਆਖੇਗਾ ਕਿ ਉਹ ਹੀ ਪਰਮੇਸ਼ਰ ਹੈ। ਤੁਸੀਂ ਜਾਣਦੇ ਹੋ, ਅਤਿਯੋਗ ਨੇ ਆਪਣੇ ਰਾਜ ਦੇ ਸਮੇਂ ਵਿੱਚ ਜੋ ਸਿੱਕੇ ਛਪਵਾਏ ਸੀ, ਉਹਨਾਂ ਉੱਪਰ ਉਸ ਦੀ ਤਸਵੀਰ ਸੀ ਅਤੇ ਲਿਖਿਆ ਹੋਇਆ ਸੀ, ਅਤਿਯੋਗ ਪਰਮੇਸ਼ਰ। ਅੱਜ ਵੀ ਸਾਡੇ ਕੋਲ 120 ਸਿੱਕੇ ਹਨ ਜੋ ਅਜਾਇਬ ਘਰ ਵਿੱਚ ਰੱਖੇ ਹੋਏ ਹਨ। ਜਿਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਪਰਮੇਸ਼ਰ ਆਖਿਆ ਸੀ, ਉਸ ਤਰ੍ਹਾਂ ਹੀ ਮਸੀਹ ਵਿਰੋਧੀ ਵੀ ਕਰੇਗਾ। ਜਦ ਉਹ ਆਵੇਗਾ, ਉਹ ਆਪਣੇ ਆਪ ਨੂੰ ਪਰਮੇਸ਼ਰ ਦੇ ਤੁੱਲ ਕਰੇਗਾ। ਭਾਗ ਗੱਗਾ ਆਪਣੀ ਕਰਤੂਤਾਂ ਨੂੰ ਸ਼ਾਂਤੀ ਦੇ ਵਾਅਦੇ ਨਾਲ ਛੁਪਾਉਣਾ। ਹੁਣ ਨੰਬਰ 8 ਉਹ ਝੂਠੇ ਵਾਅਦੇ ਕਰਕੇ ਆਪਣੀ ਕਰਤੂਤਾਂ ਨੂੰ ਛੁਪਾਵੇਗਾ। ਐਤ 25 ਦੱਸਦੀ ਹੈ, ਅਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ਼ ਕਰੇਗਾ। ਹੁਣ ਤੁਸੀਂ ਆਪਣੀ ਬਾਈਬਲ ਦੇ ਅਧਿਆਇ 9ਵੇਂ ਅਧਿਆਇ ਵਿੱਚ ਚਲੋ, ਜਿੱਥੇ ਤੁਸੀਂ ਮਸੀਹ ਵਿਰੋਧੀ ਦੇ ਬਾਰੇ 27ਵੀਂ ਐਤ ਵਿੱਚ ਬੜੀ ਅਜੀਬ ਗੱਲ ਵੇਖੋਗੇ। 27 ਐਤ ਦੱਸਦੀ ਹੈ, ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬਣੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਯੁੱਧ ਸ਼ੁਰੂ ਹੋ ਜਾਏਗਾ। ਸ਼ਾਸਤਰ ਦੱਸਦਾ ਹੈ ਕਿ ਉਹ ਦਿਨ ਆ ਰਿਹਾ ਹੈ ਜਦ ਮਸੀਹ ਵਿਰੋਧੀ ਯਹੂਦੀਆਂ ਨਾਲ ਸ਼ਾਂਤੀ ਲਈ ਸਮਝੌਤਾ ਕਰੇਗਾ। ਉਹ ਕਲੇਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਯਹੂਦੀਆਂ ਨਾਲ ਇੱਕ ਵਾਚਾ ਬਣੇਗਾ ਅਤੇ ਆਖੇਗਾ, ਵੇਖੋ, ਮੈਂ ਜਾਣਦਾ ਹਾਂ ਤੁਸੀਂ ਲੋਕ ਚਾਹੁੰਦੇ ਹੋ ਕਿ ਆਪਣੇ ਪਰਮੇਸ਼ਰ ਦੀ ਆਰਾਧਨਾ ਆਪਣੀ ਹੈਕਲ ਵਿੱਚ ਹੀ ਕਰੀਏ, ਆਪਣੀਆਂ ਬਲੀਆਂ ਚੜਾਈਏ ਅਤੇ ਆਪਣੇ ਤਿਉਹਾਰਾਂ ਦੇ ਦਿਨਾਂ ਨੂੰ ਮਨਾਈਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਅੱਛਾ ਵਿਅਕਤੀ ਹਾਂ ਅਤੇ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਧਾਰਮਿਕ ਆਜ਼ਾਦੀ ਵਿੱਚ ਰਹੋ। ਮੈਂ ਤੁਹਾਡੇ ਨਾਲ ਵਾਚਾ ਬੰਨ੍ਹਣ ਜਾ ਰਿਹਾ ਹਾਂ ਕਿ ਤੁਸੀਂ ਘੱਟ ਤੋਂ ਘੱਟ ਆਉਣ ਵਾਲੇ ਅਗਲੇ 7 ਸਾਲਾਂ ਲਈ ਆਪਣੇ ਪਰਮੇਸ਼ਰ ਦੀ ਆਰਾਧਨਾ ਜਿਸ ਤਰ੍ਹਾਂ ਚਾਹੋ ਕਰ ਸਕਦੇ ਹੋ।
ਇਸ ਤਰ੍ਹਾਂ ਉਹ ਧੋਖੇ ਨਾਲ ਯਹੂਦੀਆਂ ਦਾ ਵਿਸ਼ਵਾਸ ਜਿੱਤ ਲਵੇਗਾ ਅਤੇ ਸ਼ਾਸਤਰ ਦੱਸਦਾ ਹੈ ਹਫ਼ਤੇ ਦੇ ਅੱਧ ਵਿਚਕਾਰ ਜਾਂ 3.5 ਸਾਲ ਦੇ ਬਾਅਦ ਉਹ ਵਾਚਾ ਤੋੜ ਦਵੇਗਾ ਅਤੇ ਯੁੱਧ ਸ਼ੁਰੂ ਹੋ ਜਾਵੇਗਾ। ਉਹ ਅਗਲੇ 3.5 ਸਾਲ ਧਰਤੀ ਉੱਤੇ ਵੱਡਾ ਕਸ਼ਟ ਦੇ ਦਿਨ ਹੋ ਜਾਣਗੇ। ਮਸੀਹ ਵਿਰੋਧੀ ਧੋਖੇ ਨਾਲ ਸ਼ਾਂਤੀ ਲਈ ਵਾਅਦਾ ਕਰੇਗਾ ਅਤੇ ਫਿਰ ਤੋੜ ਦਵੇਗਾ। ਮੈਂ ਤੁਹਾਨੂੰ ਇੱਕ ਲਿਖਤ ਦੱਸਣਾ ਚਾਹੁੰਦਾ ਹਾਂ ਜੋ ਮਕਾਬੀ 1:29 ਵਿੱਚ ਅਤਿਯੋਗ ਦੇ ਬਾਰੇ ਹੈ ਕਿ ਕਿਸ ਤਰ੍ਹਾਂ ਆਉਣ ਵਾਲਾ ਮਸੀਹ ਵਿਰੋਧੀ ਉਸ ਤਰ੍ਹਾਂ ਹੀ ਕਰੇਗਾ। 2 ਸਾਲ ਬਾਅਦ ਅਤਿਯੋਗ ਰਾਜਾ ਨੇ ਯਹੂਦਾ ਨਗਰ ਵਿੱਚ ਇੱਕ ਇੱਕ ਕਰਕੇ ਆਪਣੇ ਸ਼ਾਸਕ ਭੇਜੇ। ਉਹ ਇੱਕ ਵੱਡਾ ਦਲ ਲੈ ਕੇ ਯਰੂਸ਼ਲਮ ਆ ਪਹੁੰਚਿਆ। ਉਸਨੇ ਧੋਖਾ ਦੇਣ ਲਈ ਪਹਿਲਾਂ ਤਾਂ ਲੋਕਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ। ਜਦ ਲੋਕ ਭਰੋਸੇ ਵਿੱਚ ਆ ਗਏ ਤਾਂ ਉਹ ਅਚਾਨਕ ਨਗਰ ਉੱਤੇ ਟੁੱਟ ਪਿਆ। ਉਸਨੇ ਪੂਰੀ ਤਰ੍ਹਾਂ ਸ਼ਹਿਰ ਦਾ ਨਾਸ਼ ਕਰ ਦਿੱਤਾ ਅਤੇ ਬਹੁਤ ਸਾਰੇ ਇਸਰਾਏਲੀਆਂ ਨੂੰ ਮਾਰ ਸਿੱਟਿਆ। ਨੰਬਰ 1, ਅਲੌਕਿਕ ਤਰੀਕੇ ਨਾਲ ਨਾਸ਼ ਹੋਣਾ। ਹੁਣ ਅਸੀਂ ਅੰਤ ਵਿੱਚ ਐਤ 25 ਵਿੱਚ ਵੇਖਦੇ ਹਾਂ ਕਿ ਮਸੀਹ ਵਿਰੋਧੀ ਜਾਂ ਕਰੜੇ ਮੂੰਹ ਵਾਲਾ ਰਾਜਾ ਪਰ ਬਿਨਾਂ ਹੱਥ ਲਾਏ ਤੋੜਿਆ ਜਾਏਗਾ। ਇਸ ਦਾ ਕੀ ਅਰਥ ਹੈ? ਹਾਂ, ਇਸ ਦਾ ਅਰਥ ਹੈ ਕਿ ਉਹ ਇੱਕ ਅਲੌਕਿਕ ਤਰੀਕੇ ਨਾਲ ਮਾਰਿਆ ਜਾਵੇਗਾ। ਉਹ ਮਨੁੱਖ ਦੇ ਬਣਾਏ ਹੋਏ ਅਸਤਰਾਂ ਨਾਲ ਨਹੀਂ ਮਾਰਿਆ ਜਾਵੇਗਾ। ਉਸ ਦਾ ਅੰਤ ਅਲੌਕਿਕ ਤਰੀਕੇ ਨਾਲ ਹੋਵੇਗਾ, ਜਿਸ ਤਰ੍ਹਾਂ ਕਿ ਅਤਿਯੋਗ ਦਾ ਬਿਨਾਂ ਕਿਸੇ ਮਨੁੱਖ ਦੇ ਹੱਥ ਲਾਏ ਅੰਤ ਹੋਇਆ ਸੀ। ਇੱਕ ਦਿਨ ਰਾਜਾ ਯਿਸੂ ਆਪਣੀ ਮਹਿਮਾ ਵਿੱਚ ਸਵਾਰ ਹੋ ਕੇ ਆ ਰਿਹਾ ਹੈ ਅਤੇ ਉਸ ਦਾ ਅੰਤ ਕਰੇਗਾ, ਜਿਸ ਤਰ੍ਹਾਂ ਕਿ ਬਾਈਬਲ ਦੱਸਦੀ ਹੈ ਕਿ ਨਰਕ ਵਿੱਚ ਉਹ ਪਹਿਲਾ ਵਿਅਕਤੀ ਹੋਵੇਗਾ। ਯਿਸੂ ਮਸੀਹ ਉਸ ਨੂੰ ਪ੍ਰਕਿਰਤੀ ਤਰੀਕੇ ਨਾਲ ਨਹੀਂ ਬਲਕਿ ਅਲੌਕਿਕ ਤਰੀਕੇ ਨਾਲ ਨਰਕ ਵਿੱਚ ਸੁੱਟ ਦੇਵੇਗਾ। ਸਾਰ, ਹੁਣ ਮੈਨੂੰ ਯਕੀਨ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਅਧਿਆਇ ਵਿੱਚ ਕੀ ਹੋ ਰਿਹਾ ਹੈ। ਕੀ ਪਰਮੇਸ਼ਰ ਸਾਨੂੰ ਭਵਿੱਖ ਦੀ ਤਸਵੀਰ ਵਿਖਾ ਰਿਹਾ ਹੈ? ਜਰਾ ਧਿਆਨ ਦਿਓ ਕਿ ਦਾਨੀਏਲ ਨੇ ਉਸ ਸਮੇਂ ਆਪਣੇ ਦਿਨਾਂ ਵਿੱਚ ਇਸ ਭਵਿੱਖਬਾਣੀ ਨੂੰ ਕਿਸ ਤਰ੍ਹਾਂ ਵੇਖਿਆ ਹੋਵੇਗਾ, ਜਦ ਉਹ ਕਿਸੇ ਨੂੰ ਸਿਕੰਦਰ ਕਰਕੇ ਨਹੀਂ ਜਾਣਦਾ ਸੀ ਅਤੇ ਨਾ ਹੀ ਦੂਸਰੇ ਮਨੁੱਖ ਨੂੰ ਅਤਿਯੋਗ ਕਰਕੇ ਜਾਣਦਾ ਸੀ, ਅਤੇ ਜਿਸ ਮਸੀਹ ਵਿਰੋਧੀ ਨੇ ਅੰਤ ਵਿੱਚ ਆਉਣਾ ਸੀ ਅਤੇ ਆਖਰੀ ਰਾਤ ਦੇ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਤੁਸੀਂ ਜਾਣਦੇ ਹੋ, ਆਉਣ ਵਾਲਾ ਮਸੀਹ ਅੱਜ ਵੀ ਕਿਸੇ ਜਗ੍ਹਾ ਜਿਉਂਦਾ ਹੋ ਸਕਦਾ ਹੈ। ਅਸੀਂ ਜੋ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਕਲੇਸ਼ ਵਿੱਚ ਨਹੀਂ ਜਾਵਾਂਗੇ ਅਤੇ ਕਲੇਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਲੀਸਿਆ ਦਾ ਰੈਪਚਰ ਹੋ ਜਾਵੇਗਾ। ਤੁਸੀਂ ਆਖ ਸਕਦੇ ਹੋ, ਪਾਸਟਰ ਜਰਮੀਆ, ਮੈਨੂੰ ਇਹਨਾਂ ਸਭ ਗੱਲਾਂ ਨਾਲ ਕੀ ਲੈਣਾ ਹੈ? ਮੇਰਾ ਮਤਲਬ ਹੈ, ਤੁਸੀਂ ਮੈਨੂੰ ਇਹ ਕਲੇਸ਼ ਦੇ ਬਾਰੇ ਪ੍ਰਸ਼ਨ ਕਰਨ ਵਾਲੀ ਕਹਾਣੀ ਦੱਸੀ ਅਤੇ ਦੱਸਿਆ ਮਸੀਹ ਵਿਰੋਧੀ ਆ ਰਿਹਾ ਹੈ, ਤਾਂ ਮੈਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ? ਹਾਂ, ਅਸੀਂ ਇਸ ਦਾ ਅਹਿਸਾਸ ਦਾਨੀਏਲ ਦੀ ਕਿਤਾਬ ਨੂੰ ਪੜ੍ਹ ਕੇ ਵੀ ਕਰ ਸਕਦੇ ਹਾਂ। ਮੈਂ ਤੁਹਾਨੂੰ ਦਾਨੀਏਲ ਦੇ ਦਰਸ਼ਨ ਦੇ ਬਾਰੇ ਉਨੀ ਅੱਛੀ ਤਰ੍ਹਾਂ ਨਹੀਂ ਦੱਸ ਸਕਿਆ ਹੋਵਾਂਗਾ ਜਿੰਨਾ ਕਿ ਦਾਨੀਏਲ ਨੇ ਆਪ ਆਪਣੇ ਦਰਸ਼ਨ ਤੋਂ ਸਮਝ ਲਿਆ ਹੋਵੇਗਾ। ਐਤ 27 ਦੱਸਦੀ ਹੈ, ਅਤੇ ਮੈਂ ਦਾਨੀਏਲ ਨੂੰ ਮੁਰਸ਼ਾ ਪੈ ਗਈ ਅਤੇ ਕਈ ਦਿਨਾਂ ਤੱਕ ਮਾਂਦਾ ਪਿਆ ਰਿਹਾ। ਪਰ ਤੁਸੀਂ ਆਖਦੇ ਹੋ, ਮੈਂ ਇਸ ਦੇ ਬਾਰੇ ਕੀ ਕਰਾਂ? ਮੈਂ ਤਾਂ ਹੋਸ਼ ਵਿੱਚ ਹਾਂ। ਮੈਨੂੰ ਵੀ ਹੋਸ਼ ਹੋਣ ਦਾ ਕੋਈ ਅਹਿਸਾਸ ਨਹੀਂ ਹੋ ਰਿਹਾ। ਆਓ ਅਸੀਂ ਅੱਗੇ ਚੱਲੀਏ। ਦਾਨੀਏਲ ਆਖਦਾ ਹੈ, ਅਤੇ ਕਈ ਦਿਨਾਂ ਤੱਕ ਮੈਂ ਮਾਂਦਾ ਪਿਆ ਰਿਹਾ। ਫਿਰ ਉਹਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ ਕਰਨ ਲੱਗਾ ਅਤੇ ਦਰਸ਼ਨ ਨਾਲ ਘਬਰਾਉਂਦਾ ਰਿਹਾ, ਪਰ ਉਹਨੂੰ ਕਿਸੇ ਨੇ ਨਾ ਜਾਣਿਆ। ਆਓ ਅਸੀਂ ਹੁਣ ਪਿਛਲੀ 26 ਐਤ ਨੂੰ ਪੜ੍ਹੀਏ ਅਤੇ ਉਹ ਸਾਂਝ ਅਤੇ ਸਵੇਰ ਦਾ ਦਰਸ਼ਨ ਜੋ ਆਖਿਆ ਗਿਆ ਹੈ ਸੋ ਸੱਤ ਹੈ, ਪਰ ਤੂੰ ਉਸ ਦਰਸ਼ਨ ਨੂੰ ਬੰਦ ਕਰ ਛੱਡ, ਕਿਉਂ ਜੋ ਇਹਦੇ ਵਿੱਚ ਅਜੇ ਬਹੁਤ ਸਾਰਾ ਚਿਰ ਪਿਆ ਹੈ। ਇਸ ਨੂੰ ਧਿਆਨ ਨਾਲ ਸਮਝੋ, ਇਸ ਨੂੰ ਬੰਦ ਕਰ ਛੱਡ ਦਰਸ਼ਨ ਨੂੰ। ਇਸ ਦਾ ਇਹ ਅਰਥ ਨਹੀਂ ਕਿਸੇ ਨੂੰ ਨਾ ਦੱਸ। ਇਸ ਦਾ ਅਰਥ ਹੈ ਕਿ ਇਸ ਨੂੰ ਸੁਰੱਖਿਅਤ ਰੱਖ ਤਾਂ ਕਿ ਇਹ ਦੱਸਿਆ ਜਾ ਸਕੇ। ਪਰਮੇਸ਼ਰ ਨੇ ਦਾਨੀਏਲ ਨੂੰ ਦਰਸ਼ਨ ਦੱਸਣ ਲਈ ਆਖਿਆ। ਦਰਸ਼ਨ ਨੂੰ ਦੱਸਣ ਦਾ ਸਮੇਂ ਕੁਝ ਚਿਰ ਬਾਅਦ ਆਏਗਾ ਅਤੇ ਦਾਨੀਏਲ ਦੱਸਦਾ ਹੈ, ਜਦ ਉਸਨੇ ਭਵਿੱਖ ਦੀ ਤਸਵੀਰ ਵੇਖੀ ਕਿ ਨਾਸ਼ ਕਰਨ ਲਈ ਸਿਕੰਦਰ ਅਤੇ ਅਤਿਯੋਗ ਅਤੇ ਮਸੀਹ ਵਿਰੋਧੀ ਆ ਰਹੇ ਹਨ। ਜਦ ਉਸਨੇ ਆਪਣੇ ਮਨ ਵਿੱਚ ਆਪਣੇ ਦਰਸ਼ਨ ਦੀ ਤਸਵੀਰ ਸਾਫ਼ ਵੇਖੀ ਤਾਂ ਉਹ ਭਾਵੁਕ ਹੋ ਕੇ ਮੁਰਸ਼ਿਦ ਹੋ ਗਿਆ ਅਤੇ ਕਈ ਦਿਨ ਤੱਕ ਮਾਦਾ ਪਿਆ ਰਿਹਾ। ਇਸ ਦਾ ਕੀ ਕਾਰਨ ਸੀ? ਇਸ ਨੂੰ ਸਮਝਣ ਦਾ ਇੱਕ ਹੀ ਤਰੀਕਾ ਹੈ। ਜਦ ਦਾਨੀਏਲ ਨੇ ਆਪਣੇ ਲੋਕਾਂ ਨੂੰ ਕਰੂਰ ਰਾਜੇ ਦੀ ਤਾੜਨਾ ਵਿੱਚ ਤੜਫਦੇ ਹੋਏ ਵੇਖਿਆ ਕਿ ਉਹ ਉਹਨਾਂ ਦੀਆਂ
ਕਬਰਾਂ ਤਿਆਰ ਕਰ ਰਿਹਾ ਹੈ। ਤੁਸੀਂ ਜਾਣਦੇ ਹੋ, ਜਦ ਮੈਂ ਇਸ ਹਫ਼ਤੇ ਇਸ ਕਹਾਣੀ ਨੂੰ ਦੁਬਾਰਾ ਪੜ੍ਹਿਆ ਅਤੇ ਪਿਛਲੇ ਇਤਿਹਾਸ ਨਾਲ ਤੁਲਨਾ ਕੀਤੀ ਤਾਂ ਮੈਂ ਬਹੁਤ ਦੁਖੀ ਹੋਇਆ ਕਿ ਅਸੀਂ ਇਹ ਜਾਣਦੇ ਹੋਏ ਪਰੇਸ਼ਾਨ ਕਿਉਂ ਨਹੀਂ ਹੁੰਦੇ ਕਿ ਜਗਤ ਵਿੱਚ ਨਿਆਂ ਆਉਣ ਵਾਲਾ ਹੈ। ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਤੁਹਾਡੇ ਵਿੱਚੋਂ ਕਿੰਨੇ ਲੋਕ ਆਪਣੇ ਪਰਿਵਾਰ ਵਿੱਚ ਅਤੇ ਆਪਣੇ ਨਜ਼ਦੀਕੀ ਲੋਕਾਂ ਨੂੰ ਪਿਆਰ ਕਰਦੇ ਹਨ ਜੋ ਅਜੇ ਵੀ ਯਿਸੂ ਮਸੀਹ ਤੋਂ ਦੂਰ ਹਨ? ਕੀ ਕਦੇ ਤੁਸੀਂ ਉਹਨਾਂ ਲਈ ਭਾਵੁਕ ਹੋਏ ਹੋ? ਤੁਸੀਂ ਜਾਣਦੇ ਹੋ, ਯਿਸੂ ਮਸੀਹ ਅੱਜ ਹੀ ਸ਼ਾਮ ਤੋਂ ਪਹਿਲਾਂ ਆ ਸਕਦਾ ਹੈ। ਅਸੀਂ ਕਿਸੇ ਵੀ ਘੜੀ ਤੁਰੀ ਦੀ ਆਵਾਜ਼ ਸੁਣ ਸਕਦੇ ਹਾਂ। ਰੈਪਚਰ ਤੋਂ ਪਹਿਲਾਂ ਕੁਝ ਵੀ ਨਹੀਂ ਹੋਣਾ ਹੈ। ਜੇ ਅੱਜ ਦੀ ਰਾਤ ਹੀ ਯਿਸੂ ਆ ਜਾਏ ਤਾਂ ਉਹਨਾਂ ਦਾ ਕੀ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ? ਉਹ ਤਾਂ ਕਲੇਸ਼ ਦੇ ਸਮੇਂ ਵਿੱਚ ਚਲੇ ਜਾਣਗੇ। ਅਸੀਂ ਹਮੇਸ਼ਾ ਨਰਕ ਵਿੱਚ ਗੰਧਕ ਨਾਲ ਬਲਦੀ ਹੋਈ ਅੱਗ ਦੇ ਭਿਆਨਕ ਦੁੱਖ ਦੀ ਸਿੱਖਿਆ ਦਿੰਦੇ ਹਾਂ। ਇਸ ਧਰਤੀ ਤੇ ਜੋ ਵੀ ਨਰਕ ਜਾਣ ਤੋਂ ਪਹਿਲਾਂ ਬਚ ਜਾਏਗਾ ਉਹ ਮਹਾ ਕਲੇਸ਼ ਵਿੱਚ ਹੋ ਕੇ ਗੁਜ਼ਰੇਗਾ, ਜੋ ਧਰਤੀ ਉੱਤੇ ਨਰਕ ਤੋਂ ਵੀ ਵੱਧ ਜਾਂ ਘੱਟ ਨਹੀਂ ਹੋਵੇਗਾ। ਨਰਕ ਤਾਂ ਉਸ ਤੋਂ ਵੀ ਵੱਧ ਹੋਵੇਗਾ। ਜਦ ਮੈਂ ਪੜ੍ਹਿਆ ਕਿ ਮਸੀਹ ਵਿਰੋਧੀ ਅਤਿਯੋਗ ਤੋਂ ਵੀ ਵੱਧ ਕੇ ਖੂਨ ਖਰਾਬਾ ਕਰੇਗਾ ਤਾਂ ਮੈਂ ਉਹਨਾਂ ਲੋਕਾਂ ਵੱਲ ਵੇਖਿਆ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਪ੍ਰਾਰਥਨਾ ਕੀਤੀ, ਉਹ ਪਰਮੇਸ਼ਰ, ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਵਿੱਚੋਂ ਕੋਈ ਵੀ ਉੱਥੇ ਨਾ ਜਾਏ। ਅਸੀਂ ਗਵਾਹੀ ਨਹੀਂ ਦਿੰਦੇ, ਅਸੀਂ ਇਹ ਪ੍ਰਚਾਰ ਨਹੀਂ ਕਰਦੇ ਕਿ ਪਰਮੇਸ਼ਰ ਦਾ ਨਿਆਂ ਆਉਣ ਵਾਲਾ ਹੈ। ਅਸੀਂ ਇਸ ਦੇ ਬਾਰੇ ਕਦੇ ਭਾਵੁਕ ਨਹੀਂ ਹੁੰਦੇ। ਅਸੀਂ ਮੁਰਸ਼ਿਦ ਨਹੀਂ ਹੁੰਦੇ। ਅਸੀਂ ਮਾਦੇ ਨਹੀਂ ਹੁੰਦੇ ਜੋ ਸਾਨੂੰ ਕਰਨਾ ਚਾਹੀਦਾ ਹੈ। ਮਸੀਹ ਹੋਣ ਦੇ ਨਾਤੇ ਅਸੀਂ ਨਹੀਂ ਕਰਦੇ। ਸੰਸਾਰ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਵੇਖ ਕੇ ਦੁਖੀ ਨਹੀਂ ਹੁੰਦੇ। ਪਰਮੇਸ਼ਰ ਦਾ ਵਚਨ ਸਾਨੂੰ ਉਹਨਾਂ ਲੋਕਾਂ ਲਈ ਸਾਡੇ ਵਿੱਚ ਬਦਲਾਅ ਕਿਉਂ ਨਹੀਂ ਲਿਆਉਂਦਾ? ਜਗਤ ਵਿੱਚ ਲੋਕ ਸ਼ੈਤਾਨ ਦੇ ਸ਼ਿਕੰਜੇ ਵਿੱਚ ਫਸਦੇ ਜਾ ਰਹੇ ਹਨ ਕਿਉਂਕਿ ਮਸੀਹ ਲੋਕ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ। ਭਵਿੱਖਬਾਣੀ ਤਦ ਹੀ ਅੱਛੀ ਸਾਬਤ ਹੋ ਸਕਦੀ ਹੈ ਜਦ ਅਸੀਂ ਆਪਣੇ ਅੰਦਰ ਬਦਲਾਅ ਕਰਕੇ ਲੋਕਾਂ ਲਈ ਕੁਝ ਕਰ ਸਕੀਏ। ਜੇ ਅਸੀਂ ਇਹ ਹੀ ਸੋਚਦੇ ਰਹੀਏ ਕਿ ਇਸ ਨੂੰ ਪੜ੍ਹ ਕੇ ਆਪਣਾ ਜੀਵਨ ਬਦਲ ਲਿਆ ਹੈ ਅਤੇ ਅਸੀਂ ਗੁਆਚੇ ਹੋਏ ਲੋਕਾਂ ਦੀ ਚਿੰਤਾ ਕਰਾਂਗੇ ਅਤੇ ਉਹਨਾਂ ਨੂੰ ਆਖਾਂਗੇ ਪਛਤਾਪ ਕਰੋ, ਅਜੇ ਸਮੇਂ ਹੈ, ਕਿਉਂਕਿ ਨਿਆਂ ਆਉਣ ਵਾਲਾ ਹੈ, ਉਹ ਅੱਜ ਦੀ ਰਾਤ ਵੀ ਆ ਸਕਦਾ ਹੈ। ਆਮੀਨ। या रब तू मेरी पनाह है, सो तू है मेरी जान। या रब तू
ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਉਸ ਦੇ 8 ਅਧਿਆਏ ਦੇ ਉੱਤੇ ਚਰਚਾ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੁਆਰਾ ਦੇਖੇ ਗਏ ਦਰਸ਼ਨ ਦੀ ਵਿਆਖਿਆ ਕਰ ਰਹੇ ਸੀ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੇ ਜੋ ਭਵਿੱਖਬਾਣੀ ਕੀਤੀ ਸੀ ਉਹ ਪੂਰੀ ਹੋਈ। ਉਸਨੇ ਜੋ ਭਵਿੱਖਬਾਣੀ ਅਤਿਯੋਗ ਦੇ ਬਾਰੇ ਕੀਤੀ ਸੀ ਉਹ ਵੀ ਪੂਰੀ ਹੋਈ। ਦੋਸਤੋ, ਅਸੀਂ ਜਾਣਿਆ ਕਿ ਦਾਨੀਏਲ ਨਬੀ ਨੇ ਪਾਪ ਦੇ ਮਨੁੱਖ ਬਾਰੇ ਜੋ ਭਵਿੱਖਬਾਣੀ ਕੀਤੀ ਸੀ ਉਹ ਵੀ ਪੂਰੀ ਹੋਈ, ਕਿਉਂਕਿ ਉਸ ਦੇ ਲਈ ਮਾਹੌਲ ਤਿਆਰ ਹੋ ਗਿਆ। ਅੱਜ ਅਸੀਂ ਆਉਣ ਵਾਲੇ ਮਸੀਹ ਵਿਰੋਧੀ ਦੇ ਚਰਿੱਤਰ ਬਾਰੇ ਗੱਲਬਾਤ ਕੀਤੀ। ਅਸੀਂ ਵੇਖਿਆ ਕਿ ਉਹ ਬੜੇ ਹੀ ਨਾਟਕੀ ਰੂਪ ਵਿੱਚ ਲੋਕਾਂ ਦੇ ਅੱਗੇ ਪ੍ਰਗਟ ਹੋਏਗਾ। ਬਾਈਬਲ ਬਾਣੀ ਦੇ ਪੁਰਾਣੇ ਅਤੇ ਨਵੇਂ ਨੇਮ ਦੀਆਂ ਬਹੁਤ ਸਾਰੀਆਂ ਆਇਤਾਂ ਇਸ ਆਉਣ ਵਾਲੇ ਮਨੁੱਖ ਵੱਲ ਇਸ਼ਾਰਾ ਕਰਦੀਆਂ ਹਨ, ਜਿਸ ਨੂੰ ਅਸੀਂ ਮਸੀਹ ਵਿਰੋਧੀ ਆਖਦੇ ਹਾਂ। ਅਸੀਂ ਜਾਣਿਆ ਕਿ ਉਹਦੇ ਪ੍ਰਗਟ ਹੋਣ ਤੇ ਬੁਰਾਈ ਆਪਣੀ ਚਰਮ ਸੀਮਾ ਤੇ ਪਹੁੰਚੇਗੀ ਅਤੇ ਉਹ ਨੇਤਾਕਾਰੀ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੋਏਗਾ। ਅਸੀਂ ਜਾਣਿਆ ਕਿ ਉਹ ਸ਼ੈਤਾਨ ਦੀ ਸ਼ਕਤੀ ਦੇ ਨਾਲ ਭਰਿਆ ਹੋਏਗਾ ਅਤੇ ਸ਼ੈਤਾਨ ਦੇ ਚਲਾਏ ਹੋਏ ਚੱਲੇਗਾ। ਅਸੀਂ ਜਾਣਿਆ ਕਿ ਮਸੀਹ ਵਿਰੋਧੀ ਅਤਿਯੋਗ ਤੋਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ। ਉਹ ਆਪਣੇ ਆਪ ਨੂੰ ਇੱਕ ਵੱਡਾ ਧੋਖੇਬਾਜ਼ ਪੇਸ਼ ਕਰੇਗਾ। ਉਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਤੁਲ ਬਣਾਏਗਾ। ਉਹ ਹਰੇਕ ਨੂੰ ਕਹੇਗਾ ਕਿ ਉਹੀ ਪਰਮੇਸ਼ਵਰ ਹੈ। ਉਹ ਆਪਣੀ ਕਰਤੂਤਾਂ ਨੂੰ ਸ਼ਾਂਤੀ ਦੇ ਵਾਅਦੇ ਨਾਲ ਛੁਪਾਏਗਾ। ਅਸੀਂ ਜਾਣਿਆ ਕਿ ਉਹ ਅਲੌਕਿਕ ਤਰੀਕੇ ਦੇ ਨਾਲ ਮਾਰਿਆ ਜਾਏਗਾ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਇਸ ਦਾ ਵੱਡਾ ਆਤਮਿਕ ਲਾਭ ਵੀ ਪ੍ਰਾਪਤ ਹੋਏਗਾ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ। ਪ੍ਰਭੂ ਜੀ, ਇੱਕ ਵਾਰ ਫਿਰ ਤੋਂ ਪਿਤਾ, ਅੱਜ ਦੇ ਵਚਨ ਦੇ ਦੁਆਰਾ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਦੋ ਲੋਕਾਂ ਦੀ ਤੁਲਨਾ ਦੱਸੀ। ਤੁਸੀਂ ਸਾਨੂੰ ਅਤਿਯੋਗ ਅਤੇ ਮਸੀਹ ਵਿਰੋਧੀ ਦੇ ਬਾਰੇ ਦੱਸਿਆ ਔਰ ਦੱਸਿਆ ਕਿ ਮਸੀਹ ਵਿਰੋਧੀ ਅਤਿਯੋਗ ਤੋਂ ਕਿੰਨਾ ਜ਼ਿਆਦਾ ਤਾਕਤਵਰ ਹੋਏਗਾ। ਤੁਸੀਂ ਦੱਸਿਆ ਕਿ ਉਹ ਸ਼ੈਤਾਨ ਦੀ ਸ਼ਕਤੀ ਦੇ ਦੁਆਰਾ ਚਲਾਇਆ ਜਾਏਗਾ। ਪਿਤਾ ਪਰਮੇਸ਼ਵਰ, ਜਦ ਉਹ ਇਸ ਧਰਤੀ ਤੇ ਰਾਜ ਕਰੇਗਾ ਤਾਂ ਪਰੇਸ਼ਾਨੀਆਂ ਵੱਧ ਜਾਣਗੀਆਂ, ਲੇਕਿਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਸ ਤੋਂ ਪਹਿਲਾਂ ਸਾਨੂੰ ਸਵਰਗ ਵਿੱਚ ਉਠਾ ਕੇ ਲੈ ਜਾਓਗੇ। ਇਹਨਾਂ ਅੰਤ ਦੀਆਂ ਗੱਲਾਂ ਵਾਸਤੇ ਅਸੀਂ ਪ੍ਰਭੂ ਜੀ ਤੁਹਾਡਾ ਧੰਨਵਾਦ ਦਿੰਦੇ ਹਾਂ, ਤਾਂ ਕਿ ਅਸੀਂ ਆਪਣੇ ਆਪ ਨੂੰ ਤੁਹਾਡੀ ਆਮਦ ਦੇ ਲਈ ਤਿਆਰ ਕਰ ਸਕੀਏ। ਸਾਰੀ ਚੀਜ਼ਾਂ ਦੇ ਲਈ ਪਿਤਾ ਪਰਮੇਸ਼ਵਰ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹੋਏ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗ ਲੈਂਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।